ਇਜ਼ਰਾਈਲ ਦੇ ਫਲਸਤੀਨੀ ਅਤਵਾਦੀ ਸਮੂਹ ਹਮਾਸ ਦੇ ਹਮਲੇ ਤੋਂ ਕੇਰਲ ਦੇ ਕਈ ਘਰਾਂ ਵਿੱਚ ਤਣਾਅ ਹੈ। ਉਸ ਦੇ ਪਰਿਵਾਰਕ ਮੈਂਬਰ ਰੋਜ਼ੀ ਰੋਟੀ ਕਮਾਉਣ ਲਈ ਇਜ਼ਰਾਈਲ ਗਏ ਹੋਏ ਨੇ। ਇਜ਼ਰਾਈਲ ਵਿੱਚ ਫਸੇ ਇੱਕ ਕੇਰਲ ਵਾਸੀ ਨੇ ਟੀਵੀ ਚੈਨਲ ਤੇ ਲਾਈਵ ਹੋ ਕੇ ਕਿਹਾ ਕਿ ਸ਼ਨੀਵਾਰ ਸਵੇਰ ਤੋਂ ਇਜ਼ਰਾਈਲ ਵਿੱਚ ਕਈ ਮਲਯਾਲੀ ਨਰਸਾਂ ਪਰੇਸ਼ਾਨ ਨੇ। ਉਹਨਾਂ ਨੇ ਕਿਹਾ ਹੈ ਕਿ ਅਨੁਮਾਨ ਹੈ ਕਿ ਲਗਭਗ 6000 ਕੇਰਲ ਵਾਸੀ ਇਜ਼ਰਾਈਲ ਵਿੱਚ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਨਰਸਾਂ ਨੇ। ਉਹਨਾਂ ਇਹ ਵੀ ਕਿਹਾ ਕਿ ਕਈ ਥਾਵਾਂ ਤੇ ਬੰਕਰ ਬਣਾਏ ਗਏ ਨੇ ਅਤੇ ਲੋਕ ਉਹਨਾਂ ਵਿੱਚ ਜਾਣਾ ਸ਼ੁਰੂ ਹੋ ਗਏ ਨੇ ਅਤੇ ਇਸ ਲੜਾਈ ਦੇ ਖਤਮ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਪਿਛਲੇ ਕੁਝ ਸਾਲਾਂ ਵਿੱਚ ਇਜ਼ਰਾਈਲ ਕੇਰਲ ਦੀਆਂ ਨਰਸਾਂ ਲਈ ਪਸੰਦੀਦਾ ਬਣ ਗਿਆ ਹੈ, ਕਿਉਂਕਿ ਹਸਪਤਾਲਾਂ ਵਿੱਚ ਕੰਮ ਕਰਨ ਤੋਂ ਇਲਾਵਾ ਬਹੁਤ ਸਾਰੀਆਂ ਨਰਸਾਂ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਦੇਖਭਾਲ ਕਰਕੇ ਵੀ ਪੈਸਾ ਕਮਾਉਂਦੀਆਂ ਨੇ। ਇਜ਼ਰਾਈਲ ਵਿੱਚ ਕੰਮ ਕਰਦੇ ਕੇਰਲ ਵਾਸੀ ਨਰਸ ਸ਼ਾਇਨੀ ਬਾਬੂ ਨੇ ਦੱਸਿਆ ਕਿ ਹਥਿਆਰਬੰਦ ਲੋਕਾਂ ਨੇ ਸੜਕਾਂ ਤੇ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਈਆਂ। ਹਮਲਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਫਲਸਤੀਨੀ ਘੁਸਪੈਠੀਏ ਇੱਥੇ ਹਿੰਸਾ ਫੈਲਾ ਰਹੇ ਨੇ। ਇਸ ਸਮੇਂ ਦੱਖਣੀ ਇਜ਼ਰਾਈਲ ਹਿੰਸਾ ਦੀ ਲਪੇਟ ਵਿੱਚ ਹੈ। ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਮਲਯਾਲੀ ਕੰਮ ਕਰਦੇ ਨੇ। ਇਜ਼ਰਾਈਲ ਵਿੱਚ ਕੰਮ ਕਰ ਰਹੀ ਕੇਰਲ ਦੀ ਇੱਕ ਮਹਿਲਾ ਨਰਸ ਨੇ ਦੱਸਿਆ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ। ਮੈਂ ਹੁਣ ਬੰਕਰ ਤੋਂ ਬੋਲ ਰਿਹਾ ਹਾਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਸਕਦੀ ਹਾਂ। ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਵੀ ਰਹਿ ਚੁੱਕੇ ਨੇ, ਪਰ ਇਸ ਵਾਰ ਸਥਿਤੀ ਬਹੁਤ ਹੀ ਗੰਭੀਰ ਹੈ। ਵਰਤਮਾਨ ਵਿੱਚ ਸਾਡੇ ਕੋਲ ਬੰਕਰਾਂ ਵਿੱਚ ਕੁਝ ਸਮੇਂ ਲਈ ਰਹਿਣ ਲਈ ਸਾਮਾਨ ਹੈ। ਇਜ਼ਰਾਈਲ ਵਿੱਚ ਕੰਮ ਕਰਨ ਵਾਲੀ ਕੇਰਲ ਦੀ ਇੱਕ ਨਰਸ ਦੇ ਪਤੀ ਨੇ ਟੀਵੀ ਤੇ ਖਬਰ ਵੇਖਣ ਤੋਂ ਬਾਅਦ ਹੀ ਜਦੋਂ ਉਸਨੇ ਆਪਣੀ ਪਤਨੀ ਨਾਲ ਸੰਪਰਕ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਜਿੱਥੇ ਰਹਿ ਰਹੀ ਹੈ ਉੱਥੇ ਹਾਲਾਤ ਆਮ ਵਰਗੇ ਨੇ। ਦੂਸਰੇ ਪਾਸੇ 30 ਸਾਲਾ ਭਾਰਤੀ ਨਰਸ ਸੌਮਿਆ ਸੰਤੋਸ਼ ਮਈ 2021 ਵਿੱਚ ਗਾਜ਼ਾ ਤੋਂ ਹਮਾਸ ਦੇ ਅਤਵਾਦੀਆਂ ਵੱਲੋਂ ਕੀਤੇ ਗਏ ਰਾਕਟ ਹਮਲੇ ਵਿੱਚ ਮਾਰੀ ਗਈ ਸੀ। ਸੌਮਿਆ ਕੇਰਲ ਦੇ ਇਡੂਕੀ ਜ਼ਿਲ੍ਹੇ ਦੀ ਵਸਨੀਕ ਸੀ ਅਤੇ ਦੱਖਣੀ ਇਜ਼ਰਾਈਲ ਦੇ ਤਟੀ ਸ਼ਹਿਰ ਅਸ਼ਕੇਲੋਨ ਵਿੱਚ ਇੱਕ ਘਰ ਵਿੱਚ ਇੱਕ ਬਜ਼ੁਰਗ ਔਰਤ ਦੀ ਦੇਖਭਾਲ ਕਰਦੀ ਸੀ। ਉਹ ਆਪਣੇ ਪਤੀ ਸੰਤੋਸ਼ ਨਾਲ ਵੀਡੀਓ ਕਾਲ ਤੇ ਗੱਲ ਕਰ ਰਹੀ ਸੀ ਜਦੋਂ ਗਾਜ਼ਾ ਤੋਂ ਦਾਗਿਆ ਗਿਆ ਰਾਕਟ ਸਿੱਧਾ ਉਹਨਾਂ ਦੇ ਘਰ ਤੇ ਡਿੱਗਿਆ, ਜਿੱਥੇ ਉਹ ਕੰਮ ਕਰਦੀ ਸੀ ਅਤੇ ਇਸ ਹਮਲੇ ਵਿੱਚ ਸੌਮਿਆ ਦੀ ਮੌਤ ਹੋ ਗਈ। ਸੌਮਿਆ ਦਾ 9 ਸਾਲ ਦਾ ਬੇਟਾ ਹੈ ਜੋ ਕੇਰਲ ਦੇ ਵਿੱਚ ਆਪਣੇ ਪਿਤਾ ਨਾਲ ਰਹਿੰਦਾ ਹੈ। ਇਜ਼ਰਾਈਲ ਦੇ ਫਲਸਤੀਨੀ ਅਤਵਾਦੀ ਸਮੂਹ ਹਮਾਸ ਦੇ ਹਮਲੇ ਤੋਂ ਕੇਰਲ ਦੇ ਕਈ ਘਰਾਂ ਵਿੱਚ ਤਣਾਅ ਹੈ। ਉਸ ਦੇ ਪਰਿਵਾਰਕ ਮੈਂਬਰ ਰੋਜ਼ੀ ਰੋਟੀ ਕਮਾਉਣ ਲਈ ਇਜ਼ਰਾਈਲ ਗਏ ਹੋਏ ਨੇ। ਇਜ਼ਰਾਈਲ ਵਿੱਚ ਫਸੇ ਇੱਕ ਕੇਰਲ ਵਾਸੀ ਨੇ ਟੀਵੀ ਚੈਨਲ ਤੇ ਲਾਈਵ ਹੋ ਕੇ ਕਿਹਾ ਕਿ ਸ਼ਨੀਵਾਰ ਸਵੇਰ ਤੋਂ ਇਜ਼ਰਾਈਲ ਵਿੱਚ ਕਈ ਮਲਯਾਲੀ ਨਰਸਾਂ ਪਰੇਸ਼ਾਨ ਨੇ। ਉਹਨਾਂ ਨੇ ਕਿਹਾ ਕਿ ਅਨੁਮਾਨ ਹੈ ਕਿ ਲਗਭਗ 6000 ਕੇਰਲ ਵਾਸੀ ਇਜ਼ਰਾਈਲ ਵਿੱਚ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਨਰਸਾਂ ਨੇ। ਉਹਨਾਂ ਇਹ ਵੀ ਕਿਹਾ ਕਿ ਕਈ ਥਾਵਾਂ ਤੇ ਬੰਕਰ ਬਣਾਏ ਗਏ ਨੇ ਅਤੇ ਲੋਕ ਉਹਨਾਂ ਵਿੱਚ ਜਾਣਾ ਸ਼ੁਰੂ ਹੋ ਗਏ ਨੇ ਅਤੇ ਇਸ ਲੜਾਈ ਦੇ ਖਤਮ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਪਿਛਲੇ ਕੁਝ ਸਾਲਾਂ ਵਿੱਚ ਇਜ਼ਰਾਈਲ ਕੇਰਲ ਦੀਆਂ ਨਰਸਾਂ ਲਈ ਪਸੰਦੀਦਾ ਬਣ ਗਿਆ ਹੈ, ਕਿਉਂਕਿ ਹਸਪਤਾਲਾਂ ਵਿੱਚ ਕੰਮ ਕਰਨ ਤੋਂ ਇਲਾਵਾ ਬਹੁਤ ਸਾਰੀਆਂ ਨਰਸਾਂ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਦੇਖਭਾਲ ਕਰਕੇ ਵੀ ਪੈਸਾ ਕਮਾਉਂਦੀਆਂ ਨੇ। ਇਜ਼ਰਾਈਲ ਵਿੱਚ ਕੰਮ ਕਰਦੇ ਕੇਰਲ ਵਾਸੀ ਨਰਸ ਸ਼ਾਇਨੀ ਬਾਬੂ ਨੇ ਦੱਸਿਆ ਕਿ ਹਥਿਆਰਬੰਦ ਲੋਕਾਂ ਨੇ ਸੜਕਾਂ ਤੇ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਈਆਂ। ਹਮਲਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਫਲਸਤੀਨੀ ਘੁਸਪੈਠੀਏ ਇੱਥੇ ਹਿੰਸਾ ਫੈਲਾ ਰਹੇ ਨੇ। ਇਸ ਸਮੇਂ ਦੱਖਣੀ ਇਜ਼ਰਾਈਲ ਹਿੰਸਾ ਦੀ ਲਪੇਟ ਵਿੱਚ ਹੈ। ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਮਲਯਾਲੀ ਕੰਮ ਕਰਦੇ ਨੇ। ਇਜ਼ਰਾਈਲ ਵਿੱਚ ਕੰਮ ਕਰ ਰਹੀ ਕੇਰਲ ਦੀ ਇੱਕ ਮਹਿਲਾ ਨਰਸ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ। ਮੈਂ ਹੁਣ ਬੰਕਰ ਤੋਂ ਬੋਲ ਰਿਹਾ ਹਾਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਸਕਦੀ ਹਾਂ। ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਵੀ ਰਹਿ ਚੁੱਕੇ ਨੇ, ਪਰ ਇਸ ਵਾਰ ਸਥਿਤੀ ਬਹੁਤ ਹੀ ਗੰਭੀਰ ਹੈ। ਵਰਤਮਾਨ ਵਿੱਚ ਸਾਡੇ ਕੋਲ ਬੰਕਰਾਂ ਵਿੱਚ ਕੁਝ ਸਮੇਂ ਲਈ ਰਹਿਣ ਲਈ ਸਾਮਾਨ ਹੈ। ਇਜ਼ਰਾਈਲ ਵਿੱਚ ਕੰਮ ਕਰਨ ਵਾਲੀ ਕੇਰਲ ਦੀ ਇੱਕ ਨਰਸ ਦੇ ਪਤੀ ਨੇ ਟੀਵੀ ਤੇ ਖਬਰ ਵੇਖਣ ਤੋਂ ਬਾਅਦ ਹੀ ਜਦੋਂ ਉਸਨੇ ਆਪਣੀ ਪਤਨੀ ਨਾਲ ਸੰਪਰਕ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਜਿੱਥੇ ਰਹਿ ਰਹੀ ਹੈ ਉੱਥੇ ਹਾਲਾਤ ਆਮ ਵਰਗੇ ਨੇ। ਦੂਸਰੇ ਪਾਸੇ 30 ਸਾਲਾ ਭਾਰਤੀ ਨਰਸ ਸੌਮਿਆ ਸੰਤੋਸ਼ ਮਈ 2021 ਵਿੱਚ ਗਾਜ਼ਾ ਤੋਂ ਹਮਾਸ ਦੇ ਅਤਵਾਦੀਆਂ ਵੱਲੋਂ ਕੀਤੇ ਗਏ ਰਾਕਟ ਹਮਲੇ ਵਿੱਚ ਮਾਰੀ ਗਈ ਸੀ। ਸੌਮਿਆ ਕੇਰਲ ਦੇ ਇਡੂਕੀ ਜ਼ਿਲ੍ਹੇ ਦੀ ਵਸਨੀਕ ਸੀ ਅਤੇ ਦੱਖਣੀ ਇਜ਼ਰਾਈਲ ਦੇ ਤਟੀ ਸ਼ਹਿਰ ਅਸ਼ਕੇਲੋਨ ਵਿੱਚ ਇੱਕ ਘਰ ਵਿੱਚ ਇੱਕ ਬਜ਼ੁਰਗ ਔਰਤ ਦੀ ਦੇਖਭਾਲ ਕਰਦੀ ਸੀ। ਉਹ ਆਪਣੇ ਪਤੀ ਸੰਤੋਸ਼ ਨਾਲ ਵੀਡੀਓ ਕਾਲ ਤੇ ਗੱਲ ਕਰ ਰਹੀ ਸੀ ਜਦੋਂ ਗਾਜ਼ਾ ਤੋਂ ਦਾਗਿਆ ਗਿਆ ਰਾਕਟ ਸਿੱਧਾ ਉਹਨਾਂ ਦੇ ਘਰ ਤੇ ਡਿੱਗਿਆ, ਜਿੱਥੇ ਉਹ ਕੰਮ ਕਰਦੀ ਸੀ ਅਤੇ ਇਸ ਹਮਲੇ ਵਿੱਚ ਸੌਮਿਆ ਦੀ ਮੌਤ ਹੋ ਗਈ। ਸੌਮਿਆ ਦਾ 9 ਸਾਲ ਦਾ ਬੇਟਾ ਹੈ ਜੋ ਕੇਰਲ ਦੇ ਵਿੱਚ ਆਪਣੇ ਪਿਤਾ ਨਾਲ ਰਹਿੰਦਾ ਹੈ। ਇੱਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਨੋਸ ਟੀਵੀ।